तो वो ਜਿਹੜੇ ਆਪਾਂ ਤਿੰਨ ਸਟੇਜਸ ਨਹੀਂ ਸੀ ਨਾ, ਸਟੇਜ 1 ਦੀਆਂ 3 ਸਟੈਪ ਸੀਗੇ। ਨੋਰਮਲ ਬਰੀਥਿੰਗ, ਲੰਬੇ ਸਾਹ ਤੇ ਸਾਹ ਨੂੰ ਹਲਕਾ ਜਿਹਾ ਵਿੱਚ ਰੋਕਣਾ, ਇਹ ਤਿੰਨੇ ਸੀਗੇ। ਦੂਸਰੇ ਸਟੇਜ 'ਚ ਆਪਾਂ ਆ ਗਏ ਕਿ ਮੂਲਾਧਾਰ ਕੇਂਦਰ 'ਤੇ ਧਿਆਨ ਕੇਂਦਰਿਤ ਕਰਨਾ। ਜਦੋਂ ਇਹ ਥਾਟ ਆ ਗਿਆ ਕੋਈ, ਜਦੋਂ ਇਹ ਥਾਟ ਆ ਗਿਆ ਕੋਈ ਕਿ ਥਾਟ ਆ ਗਿਆ, ਤਾਂ ਤੁਸੀਂ ਇਹਨੂੰ ਨਾਲ ਦੀ ਨਾਲ ਨੋਟ ਕਰ ਲੈਣਾ ਵੀ ਇਸ ਗੱਲ ਬਾਰੇ ਮੈਨੂੰ ਥਾਟ ਆਇਆ। ਬਸ ਨੋਟ ਕਰਕੇ 2 ਲਾਈਨਾਂ ਲੰਬੀ ਤੋਂ ਡਿਟੇਲ ਹੀ ਲਿਖਣੀ, ਸਿਰਫ ਟਾਈਟਲ, ਜਿਵੇਂ ਟਾਈਟਲ ਲਿਖਦੇ ਆਪਾਂ ਕਿਸੇ ਚੀਜ਼ ਦਾ, ਤਾਂ ਟਾਈਟਲ ਲਿਖ ਲੈਣਾ ਵੀ ਕਾਹਦੇ ਬਾਰੇ ਥਾਟ ਆਇਆ, 2 ਲਾਈਨਾਂ ਬਸ। ਅਤੇ ਲਿਖ ਕੇ ਫਿਰ ਵਾਪਸ ਫਿਰ ਉਸੇ ਸਥਿਤੀ 'ਚ ਚਲੇ ਜਾਣਾ, ਫਿਰ ਉਸੇ ਸਥਿਤੀ 'ਚ ਰਹਿਣਾ। ਨੋਰਮਲ ਸਾਹ, ਲੰਬੇ ਸਾਹ ਰੋਕ ਕੇ ਅਤੇ ਧਿਆਨ ਮੂਲਾਧਾਰ ਕੇਂਦਰ 'ਤੇ। ਫਿਰ ਮੰਨ ਲਓ ਦੂਸਰਾ ਥਾਟ ਆ ਗਿਆ ਕੋਈ ਤਾਂ ਦੂਸਰਾ ਥਾਟ ਵੀ ਫਿਰ ਨੋਟ ਕਰ ਲੈਣਾ, ਜਾਂ ਉਸੇ ਥਾਟ ਦੀ ਕੋਈ ਅਗਲੀ ਸਟੇਜ ਆ ਗਈ ਜਾਂ ਕੋਈ ਡਿਫਰੈਂਟ ਨਵੀਂ ਗੱਲ ਆ ਗਈ, ਫਿਰ ਨੋਟ ਕਰ ਲੈਣੀ। ਸੋ 2 ਜਾਂ 3 ਜਾਂ 4 ਵਾਰੀ ਇੱਕ ਵਾਰੀ 'ਚ ਹੋਏਗਾ, ਉਹ ਜਿੰਨਾ ਕੁ ਤੁਹਾਨੂੰ ਠੀਕ ਲੱਗਦਾ ਹੈ ਉਸ ਹਿਸਾਬ ਨਾਲ ਉਹਨੂੰ ਨੋਟ ਕਰੀ ਜਾਣੀ ਆ। ਪਰ ਇੱਥੇ ਇੱਕੋ ਖਿਆਲ ਰੱਖਣਾ ਕਿ ਜਿਹੜਾ ਪੇਪਰ ਆ ਬਹੁਤ ਕੌਨਫੀਡੈਂਸ਼ੀਅਲ ਰੱਖਣਾ, ਕਿਉਂਕਿ ਉਹਦੇ 'ਚ ਖਿਆਲ ਬਹੁਤ ਹੀ ਵਾਹੀਆਤ ਕਿਸਮ ਦੇ ਆਉਂਦੇ ਆ। ਕਈ ਵਾਰੀ ਤੁਹਾਡਾ ਕੰਟਰੋਲ ਨਹੀਂ ਹੁੰਦਾ ਧਿਆਨ ਦੇ ਉੱਪਰ, ਤੁਸੀਂ ਕਿਸੇ ਨੂੰ ਹਰਟ ਕਰ ਸਕਦੇ ਹੋ। ਜੇ ਤੁਹਾਡੀ ਉਹ ਪੇਪਰ ਦੇਖ ਲਏਗਾ, ਦੈਟ ਮੇ ਹਰਟ ਦੀ ਫੀਲਿੰਗਸ ਆਫ ਸਮਬਡੀ। ਉਹ ਕਿਸੇ ਬਾਰੇ ਜਿਹਦੇ ਬਾਰੇ ਉਹ ਥਾਟਸ ਨੇ ਉਹਨੂੰ ਹਰਟ ਕਰ ਸਕਦਾ। ਸੋ ਉਹ ਤੁਹਾਡੇ ਬਿਲਕੁਲ ਪਰਸਨਲ ਨੇ। ਬਾਅਦ ਦੇ ਵਿੱਚ ਜਦੋਂ ਤੁਸੀਂ ਉਹ ਪ੍ਰਕਿਰਿਆ ਖਤਮ ਕਰ ਲਈ, ਜਾਂ ਤਾਂ ਉਸ ਕਾਗਜ਼ ਨੂੰ ਪੜ੍ਹ ਦਿਓ ਜਾਂ ਉਹਨੂੰ ਐਸੀ ਥਾਂ 'ਤੇ ਰੱਖੋ ਕਿ ਜਿੱਥੇ ਕੋਈ ਪੜ੍ਹ ਨਾ ਸਕੇ ਉਹਨੂੰ, ਕਿਉਂਕਿ ਉਹਦੇ ਵਿੱਚ ਬਹੁਤ ਜ਼ਰੂਰੀ ਹੈ। ਕਿਉਂਕਿ ਉਹ ਥਾਟਸ ਕਈ ਵਾਰੀ ਐਸੇ ਵਾਹੀਆਤ ਨੇ ਆ ਕਿ ਕੋਈ ਸਮਾਜਿਕ ਤੌਰ 'ਤੇ ਤੁਸੀਂ ਉਹ ਥਾਟਸ ਨੂੰ ਜਸਟੀਫਾਈ ਨਹੀਂ ਕਰ ਸਕਦੇ, ਜਸਟੀਫਾਈ ਵੀ ਨਹੀਂ ਕਰ ਸਕਦੇ। ਤੁਹਾਡੇ ਮਤਲਬ ਥਾਟਸ ਕਿਸੇ ਨੂੰ ਆ ਗਿਆ, ਤੁਸੀਂ ਕਿਸੇ ਨੂੰ ਮਾਰਨਾ, ਤੁਸੀਂ ਕਿਸੇ ਦੇ ਉੱਪਰ ਅਟੈਕ ਕਰਨਾ ਹੈ, ਜਾਂ ਕੋਈ ਕੁਛ ਵੀ ਆ ਸਕਦਾ, ਜਾਂ ਕਿਸੇ ਨਾਲ ਫਿਜ਼ੀਕਲ ਰਿਲੇਸ਼ਨਸ਼ਿਪ ਬਣਾਉਣੇ ਆ, ਇੱਦਾਂ ਦੀ ਵੀ ਗੱਲ ਆ ਸਕਦੀ ਮਨ 'ਚ। ਤੁਸੀਂ ਨੋਟ ਕਰ ਲੈਣੀ ਹੈ, ਲੇਕਿਨ ਬਾਅਦ 'ਚ ਉਹਨੂੰ ਫਾੜ ਦੇਣਾ, ਉਹਨੂੰ ਰੱਖਣਾ ਨਹੀਂ ਹੈ। ਉਹ ਕਿਉਂਕਿ ਇੱਕ ਵਾਰੀ ਤੁਸੀਂ ਲਿਖ ਕੇ ਪਾੜ ਦੋਗੇ ਨਾ, ਤਾਂ ਫਿਰ ਤੁਹਾਡੇ ਮਨ 'ਚ ਯਾਦ ਰਹੂਗਾ, ਤੁਹਾਨੂੰ ਹੁਣ ਨਹੀਂ ਭੁੱਲਦਾ ਕਿਉਂਕਿ ਤੁਹਾਡੇ ਮਨ 'ਚੋਂ ਫੋਕਸ ਹੋ ਗਿਆ। ਸੋ ਇਸ ਕਰਕੇ ਫਾੜ ਵੀ ਦੇਵਾਂਗੇ ਤਾਂ ਵੀ ਉਹ ਮਨ 'ਚ ਫੋਕਸ ਹੋ ਗਿਆ। ਸੋ ਕੁਐਸਚਨ ਇਸ ਕਿ ਉਹਨੂੰ ਫੋਕਸ ਕਰਨਾ ਇੱਥੇ ਤਾਂ ਕਿ ਉਹ ਸੋਲਵ ਹੋਵੇ, ਕਿਉਂਕਿ ਉਹ ਥਾਟ ਜਿਹੜਾ ਕਿਸੇ ਤਰੀਕੇ ਉਹਦਾ ਸੋਲਿਊਸ਼ਨ ਹੋਣਾ ਚਾਹੀਦਾ। ਕਿਉਂਕਿ ਥਾਟ ਜਿਹੜਾ ਉਹ ਵਾਹੀਆਤ ਕਿਸਮ ਦਾ ਹੋ ਸਕਦਾ ਹੈ, ਕੋਈ ਬਹੁਤ ਵਲਗਰ ਹੋ ਸਕਦਾ ਹੈ, ਬਹੁਤ ਖਤਰਨਾਕ ਹੋ ਸਕਦਾ, ਲੇਕਿਨ ਉਹ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਥਾਟ ਹੈ। ਜੇ ਉਹ ਤਾਂ ਕੋਈ ਐਕਸ਼ਨ ਨਹੀਂ ਹੋਇਆ, ਉਹ 'ਤੇ ਕੋਈ ਵੀ ਐਕਸ਼ਨ ਨਹੀਂ ਹੋਇਆ, ਇਸ ਕਰਕੇ ਥਾਟ ਤਾਂ ਥਾਟ ਹੀ ਹੈ। ਬਸ ਤੁਸੀਂ ਤੁਹਾਡੇ ਮਨ 'ਚ ਰਿਜ਼ੋਲਵ ਹੋਣਾ ਚਾਹੀਦਾ। ਤਾਂ ਉਹ ਕੀ ਹੋਏਗਾ, ਬੜਾ ਕਮਾਲ ਦਾ ਫੈਨੋਮੀਨਾ ਹੁੰਦਾ ਹੈ ਸਾਰੀ ਪ੍ਰਕਿਰਿਆ 'ਚ। ਜਦੋਂ ਤੁਹਾਨੂੰ ਥਾਟਸ ਨੂੰ ਦੇਖਦੇ ਹੋ, ਤੁਹਾਡੇ ਕੁਝ ਗੁੱਡ ਥਾਟਸ ਆ ਰਹੇ ਆ, ਕੁਝ ਬੈਡ ਥਾਟਸ ਆ ਰਹੇ ਆ, ਕੋਈ ਗਲਤ ਮਲਤ ਥਾਟਸ ਆ ਰਹੇ ਆ। ਮੂਵਮੈਂਟ ਤੁਹਾਨੂੰ ਉਹ ਜਿਹੜੇ ਥਾਟਸ ਬੈਡ ਹੋਣਗੇ ਜਾਂ ਜਿਹੜੇ ਅਨਰੀਅਲਿਸਟਿਕ ਹੋਣਗੇ ਜਾਂ ਜਿਹੜੇ ਨੈਗੇਟਿਵ ਹੋਣਗੇ, ਉਹ ਗਿਰਦੇ ਜਾਣਗੇ ਕਿ ਤੁਹਾਨੂੰ ਉਹਦੀ ਜਿਹੜੀ ਉਹ ਆਪਣੇ ਆਪ ਹੀ ਅੰਦਰ ਰਿਅਲਾਈਜੇਸ਼ਨ ਹੋ ਜਾਵੇ ਵੀ ਕਿਆ ਵਾਹੀਆਤ ਗੱਲ ਹੈ ਜਿਹੜੀ ਉੱਦਾਂ ਬੜੀ ਸਟਰੋਂਗ ਹੋਈ ਵੀ ਸੀਗੀ। ਹੁਣ ਉਹ ਕੀ, ਉਹ ਤੁਹਾਨੂੰ ਉਹਦੀ ਤੁਹਾਨੂੰ ਇਹ ਪਤਾ ਲੱਗ ਜਾਵੇ ਵੀ ਕਿੱਡਾ ਵਾਹੀਆਤ ਗੱਲ ਹੈ ਮੇਰੇ ਪਾਰਟ 'ਤੇ ਸੋਚਣਾ ਹੈ। ਸਪੋਜ਼ ਤੁਸੀਂ ਕਿਸੇ ਦੀ ਡੈਥ ਵਿਸ਼ ਕਰ ਰਹੇ ਹੋ, ਆਪਣੇ ਨੀਰ ਐਂਡੀ ਦੀ ਬਹੁਤ ਵਾਰੀ ਸੀ ਅਚੇਤ ਮਨ ਸਾਡਾ ਡੈਥ ਵਿਸ਼ ਕਰਨ ਲੱਗ ਜਾਂਦਾ। ਜੇ ਤੁਹਾਡੀ ਕੋਈ ਈਗੋ ਹਰਟ ਕਰ ਰਿਹਾ, ਤੁਹਾਨੂੰ ਕਿਸੇ ਨੇ ਕੋਈ ਗਾਲੀ ਗਲੋਚ ਦੇ ਦਿੱਤਾ, ਤੁਹਾਡੀ ਮਾਂ ਤੁਹਾਨੂੰ ਮਾਰ ਰਹੀ ਹੈ, ਤੁਹਾਡਾ ਬਾਪ ਨੇ ਤੁਹਾਨੂੰ ਕੁੱਟਦਾ, ਥੱਪੜ ਮਾਰਤਾ, ਤੁਸੀਂ ਸਬਕੌਂਸ਼ੀਅਸਲੀ ਵਿਸ਼ ਕਰ ਸਕਦੇ ਹੋ ਕਿ ਉਹ ਮਰ ਜੇ। ਅਸਲ 'ਚ ਉਹ ਬਹੁਤ ਬੈਲੈਂਸ ਥਾਟ ਨਹੀਂ ਹੁੰਦਾ, ਲੇਕਿਨ ਆ ਜਾਂਦਾ ਫਲੈਸ਼ ਹੋ ਕੇ। ਲੇਕਿਨ ਜਦੋਂ ਤੁਸੀਂ ਉਹਦੀ ਫਿਟਿਲਿਟੀ ਦੇਖੋਗੇ, ਉਹਨੂੰ ਬੈਲੈਂਸ ਕਰਕੇ ਦੇਖੋਗੇ, ਜਦੋਂ ਤੁਹਾਡਾ ਮਾਈਂਡ ਉਹਨੂੰ ਬੈਲੈਂਸ ਕਰੇਗਾ, ਤੁਸੀਂ ਆਪ ਹੀ ਤੁਹਾਨੂੰ ਕਿੰਨੀ ਵਾਹੀਆਤ ਗੱਲ ਹੈ। ਉਹ ਬੰਦਾ ਮੇਰੇ ਲਈ ਇੱਕ ਸਮੱਸਿਆ ਇੱਕ ਗੱਲ 'ਤੇ ਹੋ ਸਕਦਾ ਉਹਨੇ ਉਹ ਗੱਲ ਕੀਤੀ ਜਿਹੜੀ ਫੌਰੀ ਮੈਨੂੰ ਸੂਟ ਨਹੀਂ ਕੀਤੀ, ਪਰ 50 ਗੱਲਾਂ ਤੋਂ ਉਹ ਮੇਰੇ ਨਾਲ ਵਧੀਆ ਖੜਾ। ਮੈਂ ਵਿਸ਼ ਕਰ ਰਿਹਾ ਕੋਈ ਮਰ ਜੇ, ਜਦੋਂ ਤੁਸੀਂ ਵਿਸ਼ ਕਰੋਗੇ ਮੈਨੂੰ ਮਾਰ ਦੇਣਾ। ਬਹੁਤ ਵਾਰੀ ਤੁਹਾਡੇ ਨੀਅਰ ਐਂਡ ਡੀਅਰ ਬਾਰੇ ਹੁੰਦੇ ਆ ਉਹ ਥਾਟਸ, ਬਾਹਰਲੇ ਬੰਦੇ ਤਾਂ ਹੁੰਦੇ ਨਹੀਂ। ਤੁਹਾਡੀ ਵਾਈਫ, ਪਤਨੀ ਦੇ ਹਸਬੈਂਡ ਵਾਈਫ ਬਾਰੇ ਹੋਣਗੇ, ਮਾਂ ਬਾਪ ਬਾਰੇ ਹੋਣਗੇ, ਧੀਆਂ ਪੁੱਤਾਂ ਬਾਰੇ ਹੋਣਗੇ, ਭੈਣ ਭਰਾਵਾਂ ਬਾਰੇ ਹੋਣਗੇ। ਬਾਹਰ ਦੇ ਬੰਦਿਆਂ ਬਾਰੇ ਥੋੜ੍ਹੇ ਥਾਟਸ ਹੁੰਦੇ ਨੈਗੇਟਿਵ, ਜਾਂ ਬਹੁਤ ਕਲੋਜ਼ ਦੋਸਤ ਬਾਰੇ ਹੋਣਗੇ। ਸੋ ਇਸ ਕਰਕੇ ਉਹਦੀ ਜਦੋਂ ਤੁਸੀਂ ਉਹਦੇ 'ਤੇ ਚਰਨਿੰਗ ਹੋਏਗੀ, ਜਦੋਂ ਅੱਜ ਹੋਈ, ਫਿਰ ਕੱਲ੍ਹ ਹੋਊਗੀ, ਫਿਰ ਪਰਸੋਂ ਹੋਊਗੀ, ਉਸੇ ਥਾਟਸ ਨੂੰ ਉਹ ਥਾਟਸ ਫਿਰ ਵਾਰ ਆਏਗਾ। ਜਦ ਤੱਕ ਉਹ ਥਾਟ ਗਿਰ ਨਹੀਂ ਜਾਂਦਾ ਤਦ ਤੱਕ ਉਹ ਥਾਟ ਆਏਗਾ, ਔਰ ਅਲਟੀਮੇਟਲੀ ਉਹ ਥਾਟਸ ਗਿਰ ਜਾਏਗਾ। ਜਿਵੇਂ ਨੈਗੇਟਿਵ ਥਾਟ ਗਿਰੀ ਜਾਣਗੇ, ਤਿਵੇਂ ਪੋਜ਼ੀਟਿਵ ਥਾਟ ਸਟਰੋਂਗ ਹੋ ਜਾਣਗੇ, ਕਿਉਂਕਿ ਊਰਜਾ ਜਿਹੜੀ ਨੈਗੇਟਿਵ ਥਾਟ ਖਾ ਰਹੇ ਸੀਗੇ, ਊਰਜਾ ਪੋਜ਼ੀਟਿਵ ਥਾਟ ਨੂੰ ਮਿਲ ਗਈ। ਤਾਂ ਉਹ ਪੋਜ਼ੀਟਿਵ ਥਾਟ ਕਿਹੜੇ ਹੁੰਦੇ ਆ, ਜਿਨ੍ਹਾਂ ਦੇ ਨਾਲ ਤੁਸੀਂ ਐਕਸ਼ਨ ਕਰਨਾ ਹੁੰਦਾ, ਕੁਛ ਕੰਮ ਕਰਨੇ ਹੁੰਦੇ ਆ, ਕਿਸੇ ਨਾਲ ਕੋਈ ਰਿਲੇਸ਼ਨਸ਼ਿਪ ਬਣਾਉਣਾ ਹੁੰਦਾ, ਕਿਸੇ ਦਾ ਕੋਈ ਸਵਾਰਨਾ ਹੁੰਦਾ, ਉਹ ਪੋਜ਼ੀਟਿਵ ਥਾਟਸ ਨੇ, ਜਿਹਦੇ 'ਚ
कुछ का कुछ बिगाड़ना है, किसी का नुकसान करना है, जो एवं फालतू दे आई जाते हैं, कोई मतलब ही नहीं होना थाट्स का, मीनिंगलैस ने या इम्बैलेंस्ड ने। तो थाट्स की होंगे क्योंकि झूठ होंगे वो एक फौरी इमीजिएट रिएक्शन होंगे कॉन्शियस माइंड का, थोड़ी ईगो का, थोड़े घमंड का, थोड़े हंकार का रिएक्शन होंगे। तो उन्ना चिर वो बड़ा पावरफुल है जब तक वो लुकिया होया, लुकिया शरारत करी जाता, तुहानूं छेड़ी जाता। लेकिन जदों सामने आ गया तो वह चेहरा मुरा जहा स्पष्ट देखने लग जाएगा, तो वो 1 दिन 2 दिन 3 दिन 4 दिन 10 दिन वो फॉल कर जाएगा, गिर जाएगा, इन्ना कमज़ोर पै जाएगा कि थोड़े पॉजिटिव थाट जोड़े ने वो थां ले लैणगे। तो हौली हौली तुसीं पाओगे कि थाट्स गए, एक करके वो थाट्स जोड़े ने वो चले जाते हैं, तो और पॉजिटिव थाट्स बहुत स्ट्रोंग हो जाते हैं, थोड़ी सारी परसनैलिटी जी अकॉर्डिंगली चेंज हो जाती है। सो ये है स्टेज नंबर 2। इस प्रक्रिया नूं तुसीं रोज़ कर सकते हो, जिन्ना लंबा चाहे लंबा कर सकते हो। जिमें जिमें करी जाओगे तिवें तिवें थोड़ी परसनैलिटी के अंदर निखार आई जाएगा, थोड़ी बॉडी अकॉर्डिंगली स्ट्रोंग हो जाएगी, थोड़ी बॉडी की इम्यूनिटी इंप्रूव करेगी, थोड़ी बॉडी की फिजियोलॉजी, थोड़ा अफेक्शन सारे स्ट्रोंग हो जाएंगे, थोड़े एंजाइम स्ट्रोंग हो जाएंगे, थोड़े हार्मोन स्ट्रोंग हो जाएंगे, थोड़ी ऊर्जा ज़्यादा आ जाएगी थोड़े अंदर बीमारी नहीं टिके, सब कुछ नाल हो जाएगा। एक साहां की गिनती घटती जाएगी, साहां की गिनती घटती जाएगी जिमें जिमें प्रैक्टिस करोगे। अगे आएगी स्टेज नंबर 3। स्टेज नंबर 3 में बहुत औखी है, मतलब रिलेटिवली औखी है। औखी की है, उन्होंने नवीन वर्षनिया ने कहा हंटिंग। हंटिंग क्यों कहा उन्होंने? क्योंकि जी साड़ियाँ थाट्स तो अगे गहरी की होंगी, साढ़े इमोशनस, भावनावां, कि सानू कोई हर्ट होया, बहुत गहरा हर्ट होया, थोड़ी माँ बाप, कोई माँ मर गई, बाप मर गया, ਜਾਂ ਤੁਹਾਨੂੰ ਕਿਸੇ ने बहुत हर्ट किया, बहुत बेइज्जती की, ਤੁਹਾਨੂੰ मारिया कुटिया, थोड़ा किसी का रेप हो गया, बहुत डीप हर्ट होंगे ने, हर बंदे की लाइफ होंगे हैं थोड़े बहुते, किसी बंदे की लाइफ बहुत ज़्यादा होंगे हैं, ਜਾਂ कुछ बंदे होंगे जो बहुत गहरा ले जाते हैं तो फिर वो तो सफ़र करते हैं। वो जो डीप हिडन इमोशनस होंगे ने वो बहुत तंग कर दियाँ ने, थानू कभी भी काम नहीं कर देंदियाँ, कभी नींद नहीं आने देंदियाँ, कभी तुहानू हैल्दी नहीं रहने देंदियाँ। जो ही आउणगियां तुहाडे मन च तो तुहाडा सारा सिस्टम डिस्टर्ब करनगियां, क्योंकि जो आउणगियां सपोज मेरे मन च आ रहा भी फलां बंदे ने मैनू हर्ट किया सीगा, तो मेरी बॉडी की रिएक्ट करेगी कि उन्होंने सबक सिखाना चाहिए, उन्हें मैनू बहुत तंग किया, मैनू मारिया सीगा, मैनू उन्हें गाल दी सी, कुछ भी जी तुसीं डीप लैके गल, तो तुहाडी बॉडी रिएक्ट करना शुरू कर देगी वो अकॉर्डिंगली, बदला लैण वास्ते, उन्होंने हर्ट करने वास्ते, उन्होंने हिट करने वास्ते कुछ ना कुछ। तो की होएगा सारा कि थोड़े अंदर स्ट्रैस हार्मोन क्रिएट होंगे, थोड़े अंदर सारा नैगेटिव प्रोसेस शुरू हो जाएगा। तो की होएगा, थोड़ी नींद खराब होगी, पीस ऑफ माइंड खराब होएगा, थोड़ी पर्सनैलिटी खराब होएगी, थोड़े रिलेशनशिप खराब होंगे। कोई जिस बंदे प्रति तुसीं मान लो कोई डीप थोड़े हर्ट है, उस बंदे नाल तुसीं किवें घर के सेम छत थले रह रहा, थोड़ा बाप हो सकता, थोड़ी माँ हो सकती, थोड़ी बी हसबैंड वाइफ हो सकते हैं, थोड़े भैन भरा हो सकता, वो रिलेशनशिप नहीं बननगे ना, क्योंकि वो डीप अंदर बहुत हिडन इमोशन है, उन्होंने हंट करना पेगा, लभना पेगा। वो बहुत डीप होंगी है, बहुत बारी तुहानूं पता ही नहीं होंदा, तुसीं डिफाइन नहीं कर सकते कि इस बंदे प्रति मैं प्यार की फीलिंग क्यों नहीं रख पा रहा, तुहानूं समझ नहीं आती, तुसीं मिसबिहेव करी जाते हो, तुसीं उहदे नाल पुट्ठा बोली जाते हो, बाद तुसीं कई बारी तुहानूं पछतावा भी होंदा भी मैं पुट्ठा बोली, फिर क्योंकि अंदर वो तुहाडे की है, वो हर्ट है, वो चोट है जिहड़ी किसी टाइम ते हुई सी, हो सकदा 10 साल पहला हुई होवे, लेकिन तुसीं इन्ना गहरा लगे कि वो निकल नहीं पा रही। इमोशनस बहुत औखियां निकलदियां ने, उन्होंने कढ़न लई कला चाहिए है, वो कला जिहड़ी ये है हंटिंग जिहड़ी है कला है। उहदे च की करना आपने, हुण उन्होंने हंट किवें करना है, हुण उन्होंने अपनी हुण तो पिछे नूं ले जाना शुरू कर दो, तुहानूं लभना है, उन्होंने लभना है हुण अपने कि वो इमोशन की है। तो फिर मान लो मेरी अज है, तो मैं अज तो मेरी उम्र मान लो 50 साल है, तो मैं हुण 50 सालों 10 च वंड लूँगा, 5-5 साल करके, 5-5 साल करके लभूँगा भी किहड़ी इमोशन मेरी जिहड़ी है वो डीप पई है, जिहने मैनू हर्ट किया, जिहड़ी मैनू चैन नाल नहीं सौण दे रही। मान लो 50 साल का मैं, तो 45 साल तो 50 साल पीरियड नूं ध्यान नाल देखूँगा। कदों देखूँगा? उस प्रक्रिया च पै के। हाँ, स्टेज 1 फिर स्टेज 2 वाली भी वो आ जाएगी, वो प्रक्रिया फिर उस ही आएगी।
कि वो 5 साल तो फिर मैं फोकस करूँगा साह लैंदा लैंदा, साह ते ध्यान है लेकिन विच मैं कहते फोकस करूँगा, कल्ला कल्ला दिन मेरे फ्लैश फिल्म वांगू चलेगा कि इस टाइम इस टाइम इस टाइम इस टाइम इस टाइम आप ही एवं आ सकता आ उस टाइम तो जदों वो पूरी पिक्चर थोड़े दिमाग घूम जाएगी कि फलां टाइम तो फलां टाइम सीगा, फलां रात सी उन्हें मैनू ऐदा ऐदा मेरे थप्पड़ मारिया सीगा, लभ गई ना। इदा ही 5-5 साल करके बैक जाई जाना तो वो नोट कर लो, नहीं तो लभ गई तो उन्होंने याद रखो भी आ जी घटना हुई सी फलां टाइम तो उत्थे उन्हें मेरे भांडा चला के मारिया सीगा, उन्हें मैनू गाल कढ़ी सी जां उन्हें मैनू हर्ट किया सीगा जां उन्हें मेरे नाल जोर जबरदस्ती की सी, कोई भी डीप गल जिन्हें तेन इमोशनली बहुत हर्ट किया हो, जिन्होंने तो शैटर करता हो इदा की इमोशनल गल, तो वो की होएगा 5-5 साल बैक जाते 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 तुहानूं वो इमोशनस जिहड़ियां ने एक दिन च नहीं होएगा, हौली 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 तुहानूं लभदे जाओगे। फिर तुसीं उस इमोशन ते मैडिटेट करोगे, उस इमोशन ते जो साह लैंदे होए वो जो तुहानूं आइडेंटिफाई होगी ना हुण तुहानूं उत्ते, फिर तुहानूं बैलेंस करोगे तुसीं उहनूं भी कोई गल नहीं, ये बंदे ने मैनूं एक बार झिड़किया, उस तो बाद प्यार भी तो कितना कीता मेरे लिए, इन्ना कुछ किया, फिर तू बैलेंस कर दे। फिर तेरा माइंड की करेगा, माइंड ने आइडेंटिफाई कर लिया भी सिर्फ इन्नी गल हुई सी ना, तो उस तो बाद उन्हें माफ़ी तो मंगी सी, उस तो बाद उन्हें कदे मिसबिहेव नहीं किया, इन्ने साल हो गए, तो की होएगा कि हर्ट हौली हौली वीक पै जाएगा, वो इमोशन ने वो बैलेंस कर लेगा वो पॉजिटिव बिहेवियर नाल। कि 10 साल पहला जे उन्हें मैनू एक बारी आ गल हुई सी तो हुण जे 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 तुहानूं मान लो वो जाके मिली जाके 30 साल की उम्र च, हुण तो तुसीं 50 साल के हो चुके हो, तो 20 साल पहलां की गल है तो 20 साल पिछे पर तो तुहाडी बॉडी फ्लैश करेगी ना, फिर तुसीं वो सारा कुछ देख रहे हो ना, बैड इमोशन जो लभ रहे हो तुसीं तो गुड वो भी अच्छियां गल्लां भी तुहानूं बैक फ्लैश होणगियां, तो तुहाडी बॉडी की बैलेंस करदी करदी वो जिहड़ी इमोशन है वो निकल जाएगी। तो इदां तुसीं जदों अपने इमोशन नूं बाहर कढोगे हौली हौली वो जो बैड इफैक्ट्स ने तुहाडी उस बंदे नाल रिलेशनशिप इंप्रूव कर जाएंगे, क्योंकि तुहानूं तुसीं बैलेंस कर लोगे भी कोई गल नहीं, ये एड्डी वड्डी गल नहीं सी एड्डी जिड्डा मैं दिल नूं ला लिया, एड्डी दिल नूं लाउण वाली गल नहीं सी। ठीक है, हर बंदा गलती करता है, हर बंदा हर इंसान मेथों किहड़ा गलती नहीं हुई होणगियां, मैं भी तो गलतियां कीतियां होणगियां, तो कुदरत का एक अपना वरतारा, वो कुदरत फिर तुहानूं अपना दे के आर्गूमेंट्स आपे ਉਹਨੂੰ कोई कॉन्शियसली करने की लोड़ नहीं पऊगी, थोड़े अंदर ही शक्ति बैठी है जी तुहानूं वो जो तुसीं आइडेंटिफाई कर ली एक घटना जी जब तक नहीं सी आइडेंटिफाई हो रही तो तुहानूं छेड़ी जा रही सी बैठी अंदर भी हाँ इन्हें ऐ कीता सी, इन्हें ऐ कीता सी, इन्हें ऐ कीता, बैलेंस नहीं करन दे रही, लेकिन जदों आइडेंटिफाई होगी तो घटना एक है। हुण तुहाडी बॉडी तुहानूं जिहड़ा तुहाडा माइंड है जो उन्होंने 50 घटना होर दसेगा कि इस घटना दे विच तां इहदे मुकाबले आ घटनावां तां बहुत ही पॉजिटिव हुई सीगियां, एक टाइम तो हर्ट होया सी तां की हो गया, तो वो इदां इदां जिहड़ी तुहाडे हौली हौली जिहड़े हर्ट ने जिहड़ियां इमोशनस ने वो वारी वारी निकल जाणगियां। इस अभ्यास नूं थोड़ा लंबा करना पैंदा, जिवें जिवें तुहाडा मन उन्हां इमोशनल हर्ट तो खाली होएगा तो थोड़ा मन रिलैक्स कर जाएगा, बिल्कुल रिलैक्स कर जाएगा, शांत हो जाएगा, सहज हो जाएगा, थोड़े रिलेशनशिप्स इंप्रूव कर जाएंगे बहुत ज़्यादा, तो वह जो नैट रिजल्ट होएगा वो सारा कुछ ही होएगा, थोड़ा फिजिकल सेहत भी इंप्रूव करेगी, थोड़ी मानसिक सेहत भी इंप्रूव करेगी, थोड़ी सोशल जो थोड़े रिलेशनशिप्स इंप्रूव होंगे, थोड़ी उम्र लंबी होएगी, सब कुछ होएगा। सो ये है, सो ये मोटा मोटा आप जो 3 स्टेजिज ने जिन्हों नवीन ने कहा कि स्विमिंग, फिशिंग ते हंटिंग। सो स्विमिंग जी नॉर्मल जी प्रक्रिया है कि ब्रीदिंग ब्रैथ विटनैसिंग का कला, द आर्ट ऑफ ब्रैथ विटनैसिंग, कि ब्रैथ विटनैसिंग का एक आर्ट है जिन्होंने सीखना बहुत जरूरी है। दूसरे स्टेज के जो बैड थाट्स ने, नैगेटिव थाट्स ने, और जो तुहानूं आगे बिना मतलब परेशान करते हैं, तो तीसरी स्टेज इमोशनस ने बहुत डीप ने जिहड़ियां तुहानूं लभणियां पैणगियां, तुहानूं नॉर्मली दिखदियां नहीं लेकिन बिहेवियर च रिफ्लैक्ट करदियां तुहाडे, तो वो सो ये है जी टोटल 3 स्टेजां ने जिहदे विचों लंघ के आपां जिहड़ा है ये सारी प्रक्रिया नूं बहुत कमाल दा इहदे तो लाभ लै सकदे हां। ते बेनती है सारिਆਂ ਨੂੰ कि आपां इहनूं सिੱਖੀਏ कला नूं, ते ਜਿਹੜੇ ਉਹਦੇ ਮਾੜੇ ਇਫੈਕਟ ਨੇ ਸਾਡੇ ਉਹਦੇ ਤੋਂ ਵੀ ਹੋਈਏ,
ਅਤੇ ਇੱਕ ਜਦੋਂ ਸਾਹਾਂ ਦੀ ਗਿਣਤੀ ਜਿਹੜੀ ਹੌਲੀ ਹੌਲੀ ਸਾਰੇ ਪ੍ਰਕਿਰਿਆ 'ਚ, ਕਿਉਂਕਿ ਜਿਵੇਂ ਜਿਵੇਂ ਅਸੀਂ ਸ਼ਾਂਤ ਹੋਈ ਜਾਵਾਂਗੇ, ਕਿਉਂਕਿ ਜਿਵੇਂ ਜਿਵੇਂ ਉਹ ਨੈਗੇਟਿਵ ਥੋਟਸ ਅਤੇ ਨੈਗੇਟਿਵ ਇਮੋਸ਼ਨ ਨੇ ਤੁਹਾਡੇ ਸਾਹ ਨੂੰ ਵੀ ਫਾਸਟ ਕਰਦੀਆਂ ਨੇ, ਕਿਉਂਕਿ ਤੁਹਾਨੂੰ ਅਕੋਰਡਿੰਗਲੀ ਉਹ ਤਿਆਰ ਕਰਦੀ ਨਾ ਬੋਡੀ, ਤਾਂ ਸਾਹ ਤੁਹਾਡੇ ਆਟੋਮੈਟਿਕ ਸ਼ਾਂਤ ਹੁੰਦੇ ਚਲੇ ਜਾਣਗੇ। ਅਤੇ ਮਤਲਬ ਜਿੱਥੇ ਉਹ ਜਿਵੇਂ ਜਿਵੇਂ ਸਾਹ ਸ਼ਾਂਤ ਹੋਣਗੇ ਤਿਵੇਂ ਤਿਵੇਂ ਤੁਹਾਡੇ ਉਹਦੇ ਪੋਜ਼ੀਟਿਵ ਇਫੈਕਟਸ ਆਉਣਗੇ, ਤਿਵੇਂ ਤਿਵੇਂ ਤੁਸੀਂ ਬਿਮਾਰੀ ਮੁਕਤ ਹੋ ਜਾਓਗੇ। ਸਰੀਰ ਦੀਆਂ ਬਿਮਾਰੀਆਂ, ਮਨ ਦੀਆਂ ਬਿਮਾਰੀਆਂ, ਅਤੇ ਬਹੁਤ ਉਸ ਤੋਂ ਵੀ ਗਹਿਰੀਆਂ ਜਿਹੜੀਆਂ ਸਪਿਰਿਚੁਅਲ ਵੀ ਕਹਿ ਸਕਦੇ ਹਾਂ ਕਿ ਤੁਹਾਡੀ ਆਤਮਿਕ ਤੌਰ 'ਤੇ ਤੁਹਾਡੀ ਪਰਸਨੈਲਿਟੀ ਟੋਟਲ ਚੇਂਜ ਹੋ ਜਾਏਗੀ ਔਰ ਤੁਹਾਡੇ ਵੱਲ ਲੋਕ ਖਿੱਚੇ ਤੁਰੇ ਆਉਣਗੇ। ਸੋ ਇਹ ਹੈ ਟੋਟਲ ਪ੍ਰਕਿਰਿਆ। ਉਹ ਡਾਕਟਰ ਸਾਹਿਬ ਤੁਸੀਂ ਇਹ ਮਤਲਬ ਇਹ ਬਹੁਤ ਸ਼ਾਨਦਾਰ ਗੱਲ ਦੱਸੀ ਹੈ, ਅਤੇ ਹੁਣ ਇਹ ਵੀ ਦੱਸ ਦਿਓ ਵੀ ਇਹ ਮਤਲਬ ਇੱਕ ਦਿਨ ਦੇ ਵਿੱਚ ਕਿੰਨੇ ਪੀਰੀਅਡ ਵਾਸਤੇ ਆਪਾਂ ਇਹ ਕਰਨੀ ਹੈ। ਨੰਬਰ 1 ਸਵਾਲ, ਮੈਂ ਦੁਬਾਰਾ ਦੂਜਾ ਸਵਾਲ ਮੈਂ ਨਾ ਭੁੱਲ ਜਾਵਾਂ, ਇਸ ਕਰਕੇ ਮੈਂ ਤੁਹਾਨੂੰ ਨਾਲ ਦੀਆਂ ਦੂਜਾ ਸਵਾਲ ਇਹ ਕਰ ਰਿਹਾ ਕਿ ਜਿਹੜਾ ਤੁਸੀਂ ਇੱਕ ਪ੍ਰਕਿਰਿਆ ਦੱਸੀ ਹੈ ਵੀ ਸਾਹ ਨੂੰ ਰੋਕਣ ਦੀ, ਅਤੇ ਜਿਉਂ ਹੀ ਆਪਾਂ ਸਾਹ ਰੋਕਦੇ ਹਾਂ ਉਹ ਮਤਲਬ ਇੱਕ ਬੋਡੀ ਇੱਕ ਸਰਵਾਈਵਲ ਮੋਡ ਦੇ ਵਿੱਚ ਆ ਜਾਂਦੀ ਹੈ, ਅਤੇ ਉਹ ਥੋਟਸ ਸਾਰੇ ਖਤਮ ਹੋ ਜਾਂਦੇ ਨੇ। ਅਤੇ ਡਿਪਰੈਸ਼ਨ ਇੱਕ ਐਸੀ ਬਿਮਾਰੀ ਹੈਗੀ ਹੈ ਜਿਹੜੀ ਕਿ ਥੋਟਸ ਦੀ ਹੀ ਬਿਮਾਰੀ ਹੈ, ਕਿਉਂਕਿ ਉਹ ਬੰਦਾ ਥੋਟਸ 'ਚ ਹੀ ਫਸਿਆ ਹੋਇਆ, ਉਹ ਆਲੇ ਦੁਆਲੇ ਨੂੰ ਦੇਖਣਾ ਵੀ ਨਹੀਂ ਚਾਹੁੰਦਾ, ਨਾ ਕਿਸੇ ਨੂੰ ਸੁਣਨਾ ਚਾਹੁੰਦਾ, ਆਪਣੇ ਥੋਟਸ ਦੇ ਵਿੱਚ ਹੀ ਘਿਰਿਆ ਹੋਇਆ। ਇਹ ਖਤਮ ਹੋ ਜਾਏਗੀ ਮੇਰੇ ਹਿਸਾਬ ਨਾਲ। ਹਾਂ, ਨਹੀਂ ਉਹ ਜਿਹੜੀ ਦੂਸਰੀ ਸਟੇਜ ਹੈ ਨਾ, ਫਿਸ਼ਿੰਗ, ਉਹ ਜਦੋਂ ਆਪਾਂ ਡਿਪਰੈਸ਼ਨ ਦੇ ਫੇਜ਼ 'ਤੇ ਉਹਦੇ ਜਦੋਂ ਆਪਾਂ ਜਿਹੜੀ ਉਹ ਜਿਹੜਾ ਵਿਚਾਰਾਂ ਨੂੰ ਨੋਟ ਕਰਨਾ, ਸਟੇਜ 2 'ਚ ਆ ਕੇ ਜਦੋਂ ਵਿਚਾਰਾਂ ਨੂੰ ਨੋਟ ਕਰਾਂਗੇ ਆਪਾਂ, ਤਾਂ ਉੱਥੇ ਜਾ ਕੇ ਉਹ ਮੇਰੇ ਖਿਆਲ 'ਚ ਕਾਫੀ ਬੈਨੀਫਿਟ ਹੋਏਗਾ, ਕਿਉਂਕਿ ਡਿਪਰੈਸ਼ਨ ਵਾਲੇ ਬੰਦੇ ਨੂੰ ਵੀ ਹਿਡਨ ਥਾਟਸ ਹੁੰਦੇ ਇੱਦਾਂ ਦੇ ਜਿਹੜੇ ਉਹਨੂੰ ਡਿਪਰੈਸ ਕਰ ਰਹੇ ਹੁੰਦੇ ਆ, ਜਾਂ ਉਹ ਅੰਦਰੋਂ ਜਦੋਂ ਹੀ ਉਹ ਥਾਟਸ ਨੂੰ ਮਾਈਨਸ ਹੋਣਗੇ ਤਾਂ ਤੁਹਾਨੂੰ ਜਿਹੜੀ ਤੁਹਾਡੀ, ਕਿਉਂਕਿ ਸਰਵਾਈਵਲ ਮੋਡ ਜਿਹੜਾ ਹੁੰਦਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਦਾ ਨਾ, ਤਾਂ ਤੁਹਾਨੂੰ ਉਹ ਅੰਦਰੋਂ ਹੀ ਮੈਸੇਜ ਆਉਣਾ ਸ਼ੁਰੂ ਹੋ ਜਾਏਗਾ ਵੀ ਤੂੰ ਐਵੇਂ ਫਿਰ ਡਿਪਰੈਸ਼ਨ 'ਚ ਫਿਰੀ ਜਾਂਦਾ। ਕੁਦਰਤ ਨੇ ਤੈਨੂੰ ਕਾਹਦੇ ਲਈ ਬਣਾਇਆ? ਕੁਦਰਤ ਨੇ ਤੈਨੂੰ ਡਿਪਰੈਸ਼ਨ 'ਚ ਰਹਿਣ ਲਈ ਬਣਾਇਆ। ਕੁਦਰਤ ਨੇ ਤੈਨੂੰ ਯੋਧਿਆਂ ਵਾਂਗੂ ਜੀਣ ਲਈ ਬਣਾਇਆ। ਤਾਂ ਉਹ ਆਟੋਮੈਟਿਕ ਅੰਦਰ ਪੋਜ਼ੀਟਿਵ ਥਾਟਸ ਦਾ ਮੈਸੇਜ ਆਉਣਾ ਸ਼ੁਰੂ ਹੋ ਜਾਂਦਾ। ਥੋਟਸ ਜਿਹੜੇ ਨੈਗੇਟਿਵ ਥੋਟ ਜਾਂ ਕੋਈ ਵੀ ਥੋਟਸ ਹੀ ਆਉਣੇ ਜਦੋਂ ਬੰਦ ਹੋ ਜਾਂਦੇ ਨੇ, ਜਦੋਂ ਆਪਾਂ ਸਾਹ ਰੋਕ ਲੈਂਦੇ ਹਾਂ, ਤਾਂ ਥੋਟਸ ਕਰਕੇ ਹੀ ਉਹ ਡਿਪਰੈਸਡ ਹੁੰਦਾ ਬੰਦਾ। ਅਤੇ ਜਦੋਂ ਇਸ ਪ੍ਰਕਿਰਿਆ ਦੇ ਵਿੱਚ ਰਹਿੰਦਾ ਹੈ, ਫਿਰ ਉਹ ਤਾਂ ਥੋਟਸ ਜਿਹੜੇ ਮਾਈਨਸ ਹੋ ਗਏ, ਡਿਪਰੈਸ਼ਨ 'ਚ ਤਾਂ ਬਾਹਰ ਆ ਜਾਏਗਾ ਬੰਦਾ। ਨਹੀਂ, ਉਹ ਜਿਹੜੀ ਥੋਟਲੈਸਨੈਸ ਦੀ ਸਥਿਤੀ ਹੈ ਨਾ, ਉਹ ਤਾਂ ਬਹੁਤ ਪੋਜ਼ੀਟਿਵ ਹੈ, ਉਹ ਬਹੁਤ ਅਗਲੀ ਸਥਿਤੀ ਹੈ। ਉਸ ਤੋਂ ਪਹਿਲਾਂ ਹੀ ਜਿਹੜੀ ਸਥਿਤੀ ਹੈ ਜਿੱਥੇ ਥਾਟਸ ਘਟ ਰਹੇ ਹੈ, ਨੈਗੇਟਿਵ ਥਾਟਸ ਜਾ ਰਹੇ ਨੇ ਅਤੇ ਪੋਜ਼ੀਟਿਵ ਥਾਟਸ ਜਿਹੜੇ ਨੇ ਉਹ ਰਹਿ ਰਹੇ ਆ, ਇਹ ਉਸ ਸਟੇਜ 'ਤੇ ਹੀਲ ਹੋ ਜਾਣਾ। ਜਿਹੜੀ ਤੁਸੀਂ ਥਾਟਲੈਸਨੈਸ ਦੀ ਗੱਲ ਕਰਦੇ ਹੋ, ਥਾਟਲੈਸਨੈਸ ਤਾਂ ਫਾਈਨਲਸ ਜਿਹਨੂੰ ਕਹਿੰਦੇ ਆ ਪੜਾਅ ਹੈ ਨਾ, ਉਹ ਪੜਾਅ ਹੈ ਜਿੱਥੇ ਕਿ ਕੁਛ ਵੀ ਥਾਟਸ ਨਹੀਂ ਹੈ, ਨਾ ਪੋਜ਼ੀਟਿਵ ਨਾ ਨੈਗੇਟਿਵ। ਤੁਸੀਂ ਸਿੱਧਾ ਆਨੰਦ ਦੀ ਸਥਿਤੀ 'ਚੋਂ, ਕਿਉਂਕਿ ਬ੍ਰਹਿਮੰਡ ਸਾਰਾ ਆਨੰਦ ਦੀ ਸਥਿਤੀ 'ਚ ਹੈ। ਆਨੰਦ ਦੀ ਸਥਿਤੀ 'ਚ ਕੋਈ ਪੋਜ਼ੀਟਿਵ ਨੈਗੇਟਿਵ ਹੈ ਹੀ ਨਹੀਂ, ਥਾਟਸ ਹੈ ਹੀ ਨਹੀਂ ਉੱਥੇ ਥਾਟਸ ਨਹੀਂ ਹੈ, ਸਿਰਫ ਕੌਨਸ਼ੀਅਸਨੈਸ ਹੈ, ਚੇਤਨਾ ਹੈ, ਆਨੰਦ ਹੈ, ਆਨੰਦ ਦੀ ਸਥਿਤੀ ਹੈ। ਉਹ ਜਿਹੜੀ ਆਨੰਦ ਦੀ ਸਥਿਤੀ ਹੈਗੀ ਹੈ, ਉਹ ਉਸ ਤੋਂ ਪਹਿਲਾਂ ਹੀ ਜਿਹੜੀ ਆਨੰਦ ਦੀ ਸਥਿਤੀ ਵਿੱਚ ਜਿਹੜਾ ਆਮ ਮਨੁੱਖ ਨੂੰ ਰਹਿਣਾ ਬਹੁਤ ਲੰਬਾ ਸਮਾਂ ਸੰਭਵ ਨਹੀਂ ਹੁੰਦਾ, ਤੁਹਾਨੂੰ ਫਲੈਸ਼ਸ ਹੀ ਆਉਣਗੇ, ਕਿਉਂਕਿ ਸਾਡੀ ਜ਼ਿੰਦਗੀ ਅੱਜ ਕੱਲ੍ਹ ਜਿੱਦਾਂ ਦੀ ਹੈਗੀ ਹੈ, ਸਾਨੂੰ ਜੇ ਆਨੰਦ ਵਾਲੀ ਸਥਿਤੀ ਦੇ ਫਲੈਸ਼ਸ ਵੀ ਆ ਜਾਣ ਤਾਂ ਤੁਸੀਂ ਸਮਝੋ ਬਹੁਤ ਨੇ। ਉਹ ਤੁਹਾਨੂੰ ਇੱਕ ਵਾਰੀ ਆਨੰਦ ਦੀ ਸਥਿਤੀ ਫਲੈਸ਼ ਦੇ ਕੇ ਤੁਹਾਨੂੰ ਬਾਗੋ ਬਾਗ ਕਰ ਜਾਂਦੀ ਹੈ। ਆਨੰਦ ਦੀ ਸਥਿਤੀ 'ਚ ਬਹੁਤ ਲੰਬਾ ਸਮਾਂ ਬਹੁਤ ਘੱਟ ਲੋਕ ਰਹਿ ਸਕਦੇ ਆ। ਜਿਹੜਾ ਬੰਦਾ ਨੋਰਮਲ ਲਾਈਫ ਜਿਉ ਰਿਹਾ ਨਾ, ਉਹ ਆਨੰਦ ਦੀ ਸਥਿਤੀ 'ਚ ਬਹੁਤ ਲੰਬਾ ਸਮਾਂ ਨਹੀਂ ਟਿਕੇਗਾ, ਕਿਉਂਕਿ ਉਹਦੇ ਚਾਰ ਚੁਫੇਰੇ ਵਾਤਾਵਰਨ ਉੱਦਾਂ ਦਾ ਹੈਗਾ। ਲੇਕਿਨ ਜੇ ਉਸ ਸਥਿਤੀ 'ਚ ਵੀ ਆ ਜਾਵੇ, ਉਹਦੇ ਨੇੜੇ ਤੇੜੇ ਵੀ ਜਿੱਥੇ ਨੈਗੇਟਿਵ ਥਾਟਸ ਤੋਂ ਮੁਕਤ ਹੋ ਜਾਵੇ, ਉਹ ਪੋਜ਼ੀਟਿਵ ਥਾਟਸ ਜਿਹੜੇ ਨੇ ਉਹਦੇ ਸਟਰੋਂਗ ਹੋ ਜਾਣ, ਅਤੇ ਫਿਰ ਉਹ ਕੰਮ ਕਰੇਗਾ। ਉਹਦਾ ਫਿਰ ਜਿਹੜਾ ਨਾ ਉਹ ਅਸਲ ਵਿੱਚ ਇਹ ਜਦੋਂ ਆਮ ਬੰਦਾ ਹੁੰਦਾ, ਫਿਰ ਉਹ ਕਰਮ ਦੇ ਮੂਡ 'ਚ ਆ ਜਾਂਦਾ। ਫਿਰ ਉਹ ਆਨੰਦ ਦੀ ਸਥਿਤੀ 'ਚ ਜਾਣ 'ਚ ਇੰਟਰਸਟਡ ਨਹੀਂ ਰਹਿੰਦਾ ਬਹੁਤੇ ਲੋਕ ਜਿਹੜੇ ਨੇ, ਬਹੁਤ ਥੋੜ੍ਹੇ ਲੋਕ ਹੁੰਦੇ ਨੇ ਜਿਹੜੇ ਕਹਿੰਦੇ ਵੀ ਚੱਲ ਛੱਡੋ ਦੁਨੀਆ ਦਾ, ਨਹੀਂ ਛੱਡੋ, ਆਪਾਂ ਆਨੰਦ 'ਚ ਰਹੋ। ਆਮ ਬੰਦਾ ਆ ਕੇ ਜਦੋਂ ਪੋਜ਼ੀਟਿਵ ਥਾਟਸ ਆਉਣਗੇ ਤਾਂ ਪੋਜ਼ੀਟਿਵ ਥਾਟਸ ਦੀ ਇੰਪਲੀਮੈਂਟੇਸ਼ਨ 'ਚ ਲੱਗ ਦੇਗਾ। ਕੋਈ ਸਮਾਜ ਸੇਵੀ ਬਣ ਜਾਏਗਾ, ਕੋਈ ਅੱਛਾ ਜੇ ਡਾਕਟਰ ਹੈ ਤਾਂ ਉਹ ਆਪਣੇ ਮਰੀਜ਼ਾਂ ਨੂੰ ਬਹੁਤ ਅੱਛਾ ਦੇਖਣਾ ਸ਼ੁਰੂ ਕਰ ਦੇਗਾ। ਜੇ ਕੋਈ ਸਾਇੰਟਿਸਟ ਹੈ ਤਾਂ ਉਹ ਆਪਣੀ ਸਾਇੰਸ 'ਚ ਖੁੱਭ ਜਾਏਗਾ। ਤਾਂ ਇੱਦਾਂ ਦੀ ਪ੍ਰਕਿਰਿਆ 'ਚ ਬਹੁਤੇ ਲੋਕ ਲੱਗ ਜਾਣਗੇ ਜਿਹੜੇ ਨਾਰਮਲ ਬੰਦੇ ਨੇ। ਉਹਨਾਂ ਦੀ ਸਥਿਤੀ 'ਚ ਕਦੀ ਬੈਠ ਕੇ ਮੈਡੀਟੇਸ਼ਨ 'ਚ ਕਦੇ ਆਪਣਾ ਆਨੰਦ ਲੈਣਗੇ, ਲੇਕਿਨ ਉਹ ਜਿਹੜੇ ਲੰਬਾ ਸਮਾਂ ਥਾਟਲੈਸ ਦੀ ਸਥਿਤੀ, ਉਦੋਂ ਕੋਈ ਰਿਸ਼ੀ ਮੁਨੀ ਥੋੜ੍ਹੇ ਬਹੁਤੇ ਜਿਹੜੇ ਹੁੰਦੇ ਨਾ, ਜਿਹੜੇ ਕਹਿੰਦੇ ਵੀ ਅਸੀਂ ਨਾਰਮਲ ਲਾਈਫ ਤੋਂ ਕੀ ਲੈਣਾ, ਉਹ ਲੰਬਾ ਸਮਾਂ ਇਸ ਸਥਿਤੀ 'ਚ ਰਹਿੰਦੇ ਵੀ ਆ ਅਤੇ ਰਹਿਣਾ ਚਾਹੁੰਦੇ ਵੀ ਆ। ਅਤੇ ਲੇਕਿਨ ਜਿਹੜਾ ਨਾਰਮਲ ਬੰਦਾ ਹੁੰਦਾ ਨਾ, ਉਹ ਇੰਜੋਏ ਕਰ ਰਿਹਾ ਹੁੰਦਾ ਲਾਈਫ, ਉਹ ਕਹਿੰਦਾ ਜ਼ਿੰਦਗੀ ਬਹੁਤ ਵਧੀਆ। ਜਦੋਂ ਪੋਜ਼ੀਟਿਵਿਟੀ ਆ ਜਾਂਦੀ ਤਾਂ ਜ਼ਿੰਦਗੀ ਬਹੁਤ ਅੱਛੀ ਲੱਗਣ ਲੱਗ ਜਾਂਦੀ ਨਾ, ਉਹ ਫਿਰ ਉਹਦੇ 'ਚ ਮਸਤ ਹੋ ਜਾਂਦਾ। ਉਹ ਜਦੋਂ ਸਵੇਰੇ ਅੱਧਾ ਘੰਟਾ ਪੌਣਾ ਘੰਟਾ ਕੋਈ ਪਾਠ ਪੂਜਾ ਕਰਦਾ, ਉਦੋਂ ਆਪਣੀ ਮਸਤੀ 'ਚ ਲੈ ਲੈਂਦਾ।
ਉਦੋਂ ਬਾਅਦ ਫਿਰ ਆਪਣੇ ਉਹ ਕੰਮਾਂ ਕਾਰਾਂ 'ਚ ਜੁਟ ਜਾਂਦਾ। ਸੋ ਮੇਰੇ ਖਿਆਲ 'ਚ ਇਹ ਪ੍ਰਕਿਰਿਆ ਜਿਹੜੀ ਹੈ ਬਹੁਤ ਸ਼ਾਨਦਾਰ ਹੈ। ਕਿੰਨਾ ਸਮਾਂ ਕਰਨੀ ਇਹ ਇੱਕ ਦਿਨ ਦੇ ਵਿੱਚ ਜੇ ਇਹ ਕਰੇਗਾ ਤਾਂ? ਨਹੀਂ, ਕੋਈ ਇਹਦੀ ਲਿਮਿਟ ਨਹੀਂ ਹੈ। ਉਹ ਤਾਂ ਇਹਦੇ 'ਚ ਕੋਈ ਡਿਸਿਪਲਿਨ ਫੋਲੋ ਕਰਨ ਦੀ ਲੋੜ ਨਹੀਂ ਬਹੁਤਾ। ਤੁਸੀਂ ਜਦੋਂ ਤੁਹਾਨੂੰ ਮਤਲਬ ਤੁਹਾਨੂੰ ਇੱਕ ਜਿੱਦਾਂ ਹੁੰਦਾ ਨਾ, ਕਾਰ ਚਲਾਉਣ ਵਾਲਾ ਬੰਦਾ ਜੋ ਨਵਾਂ ਬੈਠੇਗਾ, ਉਹ ਕਦੀ ਕਲੱਚ ਕਰਨੀ ਝਾਕੇਗਾ, ਕਦੀ ਬ੍ਰੇਕਾਂ ਨਹੀਂ ਝਾਕੇਗਾ, ਕਦੀ ਸਟੀਅਰਿੰਗ ਕਰਨੀ ਝਾਕੇਗਾ, ਕਦੀ ਅੱਗੇ ਦੇਖੇਗਾ, ਕਦੀ ਪਿੱਛੇ ਦੇਖੇਗਾ। ਉਹ ਬਹੁਤ ਕੁਝ ਕਰਦਾ। ਜਦੋਂ ਉਹਨੂੰ ਅਭਿਆਸ ਹੋ ਜਾਂਦਾ, ਉਹ ਫਿਰ ਉਹ ਗਾਣਾ ਵੀ ਗਾਉਂਦਾ, ਬਿਸਕੁਟ ਵੀ ਖਾਂਦਾ, ਬੈਠਾ ਉਹ ਕਈ ਕੁਝ ਕਰਦਾ ਅਤੇ ਕਾਰ ਵੀ ਚੱਲੀ ਜਾਂਦੀ ਹੈ। ਮੈਂ ਇਹੋ ਜਿਹੇ ਡਰਾਈਵਰ ਵੀ ਦੇਖੇ ਆ ਜਿਹੜੇ ਚੱਲਦੇ ਝਪਕੀ ਵੀ ਲਾ ਲੈਂਦੇ ਆ, ਫਿਰ ਵੀ ਐਕਸੀਡੈਂਟ ਨਹੀਂ ਹੁੰਦਾ। ਝਪਕੀ ਵੀ ਲਾ ਲੈਂਦੇ ਆ, ਉਹਨੂੰ ਆਪ ਨੂੰ ਪਤਾ ਲੱਗ ਜਾਂਦਾ ਵੀ ਝਪਕੀ ਲੱਗ ਗਈ ਸੀਗੀ, ਲੇਕਿਨ ਸਟਿਲ ਉਹਦੀ ਝਪਕੀ ਇੰਨੀ ਇਨਕੰਪਲੀਟ ਹੁੰਦੀ ਹੈ ਕਿ ਕੋਈ ਐਕਸੀਡੈਂਟ ਨਹੀਂ ਹੋਣ ਦਿੰਦੇ ਉਹ। ਤਾਂ ਇਸ ਕਰਕੇ ਉਹ ਪ੍ਰੈਕਟਿਸ ਨਾਲ ਹੁੰਦੀ ਹੈ। ਅਤੇ ਇੱਦਾਂ ਹੀ ਮੈਡੀਟੇਸ਼ਨ 'ਚ ਹੋਏਗਾ। ਜਦੋਂ ਤੁਸੀਂ ਐਕਸਪਰਟ ਹੋ ਗਏ ਤਾਂ ਤੁਸੀਂ ਜਦੋਂ ਬੈਠੇ, ਮੰਨ ਲਓ ਮੈਂ ਵਿਹਲਾ ਬੈਠਾ ਤਾਂ ਮੈਂ ਜਾ ਕੇ ਅੱਖਾਂ ਬੰਦ ਕਰ ਲਈਆਂ ਤਾਂ ਆਟੋਮੈਟਿਕ ਮੇਰੀ ਇੱਥੇ ਉਹ ਜਿਹੜੀਆਂ ਪ੍ਰਕਿਰਿਆਵਾਂ ਨੇ ਜਿਹੜੀਆਂ ਆਪਾਂ ਗਿਣੀਆਂ ਨੇ ਉਹ ਸਾਰੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਇਸ ਕਰਕੇ ਉਹਦੇ 'ਚ ਕੋਈ ਐਫਰਟ ਕਰਨ ਦੀ ਲੋੜ ਨਹੀਂ ਪੈਗੀ ਅਤੇ ਨਾ ਕੋਈ ਟਾਈਮ, ਨਾ ਕੋਈ ਡਿਸਿਪਲਿਨ ਲਾਗੂ ਕਰਨ ਦੀ ਲੋੜ ਹੈ ਉਹ 'ਚ। ਸੋ ਬੈਸਟ ਟਾਈਮ ਜਿਹੜਾ ਆਪਣੇ ਸ਼ਾਸਤਰਾਂ 'ਚ ਵੀ ਆਉਂਦਾ, ਗੁਰੂ ਸਾਹਿਬ ਨੇ ਵੀ ਕਿਹਾ ਅੰਮ੍ਰਿਤ ਵੇਲਾ। ਅੰਮ੍ਰਿਤ ਵੇਲਾ ਕਿਉਂ ਬੈਸਟ ਹੁੰਦਾ ਕਿ ਅੰਮ੍ਰਿਤ ਵੇਲੇ ਇੱਕ ਤਾਂ ਤੁਸੀਂ ਪਿਛਲੀ ਸਾਰੀ ਜਿਹੜੀ ਹੈ ਉਹ ਥਕਾਵਟ ਲਾ ਚੁੱਕੇ ਹੋ। ਪਿਛਲਾ ਜਿਹੜੇ ਵਿਚਾਰਾਂ ਦਾ ਬਰਡਨ ਸੀ ਉਹ ਰਾਤ ਸੌਂ ਕੇ ਉਹ ਬੜਾ ਧੁੰਦਲਾ ਹੋ ਗਿਆ। ਹੁਣ ਤੁਸੀਂ ਫਰੈਸ਼ ਹੋ ਤਾਂ ਉੱਥੇ ਕਰੋਗੇ ਤਾਂ ਬਹੁਤ ਵਧੀਆ ਰਿਜ਼ਲਟਸ ਆਉਣਗੇ, ਬਹੁਤ ਕੁਇੱਕ ਰਿਜ਼ਲਟਸ ਆਉਣਗੇ ਮਾਰਨਿੰਗ ਟਾਈਮ 'ਤੇ ਹੈ ਅੰਮ੍ਰਿਤ ਵੇਲੇ। ਰਾਤ ਨੂੰ ਜੇ ਕਰਨਾ ਹੋਵੇ ਤਾਂ ਰਾਤ ਨੂੰ ਇਹ ਨਵੀਨ ਨੇ ਵੀ ਸੁਜੈਸਟ ਇਹ ਕੀਤਾ ਕਿ ਬਿਲਕੁਲ ਸੌਣ ਲੱਗਿਆ ਕਰਨ ਦੀ ਬਜਾਏ ਥੋੜ੍ਹਾ ਜਿਹਾ ਪਹਿਲਾਂ ਕਰ ਲਓ। ਸੌਣ ਲੱਗਿਆ ਤੁਸੀਂ ਕਰਨ ਦੀ ਕੋਸ਼ਿਸ਼ ਕਰੋਗੇ ਤਾਂ 5 ਮਿੰਟ ਤੁਹਾਨੂੰ ਨੀਂਦ ਆ ਜਾਏਗੀ। ਸੋ ਬਹੁਤਾ ਕਰ ਨਹੀਂ ਸਕੋਗੇ ਤੁਸੀਂ, ਉਹ ਇਨ ਬਿਟਵੀਨ ਰਹਿ ਜਾਏਗਾ। ਕਿਉਂਕਿ ਇਹ ਪ੍ਰਕਿਰਿਆ ਇੱਦਾਂ ਦੀ ਹੈ ਕਿ ਯੋਗ ਨਿਦਰਾ ਦੀ ਪ੍ਰਕਿਰਿਆ ਹੁੰਦੀ ਮੀਨਸ ਕਿ ਤੁਸੀਂ ਜਾਗ ਰਹੇ ਹੋ ਪਰ ਤੁਸੀਂ ਸੁੱਤੇ ਵਰਗੇ ਹੋ, ਲੇਕਿਨ ਉਹ ਤੁਸੀਂ ਅਸਲੀ ਜੇ ਥੱਕੇ ਹੋਏ ਹੋ ਤੁਸੀਂ ਤਾਂ ਕੁਦਰਤ ਤੁਹਾਨੂੰ ਰੀਅਲ ਸਲੀਪ 'ਚ ਲੈ ਜਾਂਦੀ ਹੈ। ਸੋ ਤੁਹਾਡੀ ਜਿਹੜੀ ਇਹ ਪ੍ਰਕਿਰਿਆ ਅਬਾਰਟ ਹੋ ਜਾਂਦੀ ਹੈ ਵਿੱਚ ਹੀ। ਤਾਂ ਉਹ ਬਾਕੀ ਦਿਨ 'ਚ ਵੀ ਜਦੋਂ ਮਰਜ਼ੀ ਕਰ ਲਓ, ਜਦੋਂ ਵਿਹਲੇ ਬੈਠੇ ਹੋ ਤੁਸੀਂ ਉਦੋਂ ਕਰ ਲਓ, ਤਾਂ ਉਹਦੇ 'ਚ ਕੋਈ ਦਿੱਕਤ ਨਹੀਂ ਹੈ। ਉਹ ਈਵਨ ਜੇ ਤੁਸੀਂ ਅਭਿਆਸ ਕਰੋਗੇ ਤਾਂ ਤੁਸੀਂ ਜੇ ਐਕਸਰਸਾਈਜ਼ ਕਰ ਰਹੇ ਹੋ ਨਾਲ ਵੀ ਸਟਰੈਚਿੰਗ ਮੰਨ ਲਓ ਕਰ ਰਹੇ ਹੋ ਤੁਸੀਂ, ਤਾਂ ਸਟਰੈਚਿੰਗ ਦੇ ਨਾਲ ਵੀ ਇਹ ਸਾਰੀ ਬ੍ਰੈਥ ਵਿਟਨੈਸਿੰਗ ਹੋ ਸਕਦੀ ਹੈ। ਸੋ ਉਹ ਅਭਿਆਸ ਨਾਲ ਬੜਾ ਕੁਝ ਹੋ ਜਾਂਦਾ। ਇਹ ਸਮੁੰਦਰ ਹੈ, ਜਿਵੇਂ ਤੁਹਾਨੂੰ ਅਭਿਆਸ ਹੋਈ ਜਾਊਗਾ ਤੁਸੀਂ ਉਹਦੀ ਕੋਈ ਅਗਲੀ ਸਟੇਜ ਦਾ ਅੰਤ ਨਹੀਂ ਹੈ ਇਹਦਾ। ਇਹ ਤੁਹਾਨੂੰ ਇੰਨੀ ਕੁ ਗਹਿਰਾਈ ਤੱਕ ਜਾਓਗੇ ਤੁਸੀਂ। ਇਹਦਾ ਹਰ ਬੰਦੇ ਦੀ ਆਪਣੀ ਸਮਰੱਥਾ ਹੈ, ਹਰ ਬੰਦੇ ਦੀ ਆਪਣੀ ਪਰਸਨੈਲਿਟੀ ਹੋਏਗੀ, ਹਰ ਬੰਦੇ ਨੂੰ ਨਵੇਂ ਐਕਸਪੀਰੀਐਂਸਿਸ ਹੋਣਗੇ। ਈਵਨ ਆਪਣੇ ਐਕਸਪੀਰੀਐਂਸ ਜਿਹੜੇ ਤੁਹਾਡੇ ਇਸ ਪ੍ਰਕਿਰਿਆ ਦੌਰਾਨ ਬਹੁਤ ਅਜੀਬ ਵੀ ਹੋਣਗੇ, ਬਹੁਤ ਵਧੀਆ ਐਕਸਪੀਰੀਐਂਸਿਸ ਵੀ ਹੋਣਗੇ, ਬਹੁਤ ਫਾਈਨ ਵੀ ਹੋਣਗੇ, ਡਰਾਉਣੇ ਵੀ ਹੋ ਸਕਦੇ ਆ ਕਿਸੇ ਵਿਅਕਤੀ ਲਈ। ਸਮਟਾਈਮ ਬੰਦਾ ਡਰ ਵੀ ਸਕਦਾ, ਲੇਕਿਨ ਉਹਦੇ 'ਚ ਐਕਸਪੀਰੀਐਂਸਿਸ ਸ਼ੇਅਰ ਕਰਨ ਦੀ ਕੋਈ ਲੋੜ ਨਹੀਂ ਹੈ। ਕਿਉਂਕਿ ਸ਼ੇਅਰ ਕਰਨ ਦਾ ਫਾਇਦਾ ਇਸ ਕਰਕੇ ਨਹੀਂ ਹੈ ਕਿ ਹਰ ਬੰਦੇ ਦੇ ਐਕਸਪੀਰੀਐਂਸ ਅਲੱਗ ਹੋਣੇ ਆ ਉਹਦੀ ਪਰਸਨੈਲਿਟੀ ਦੇ ਹਿਸਾਬ ਨਾਲ। ਇਸ ਕਰਕੇ ਆਪਣੇ ਐਕਸਪੀਰੀਐਂਸਿਸ ਆਪਣੇ ਕੋਲ ਰੱਖੋ, ਟੈਕਨੀਕ ਸਿੱਖ ਲਓ। ਤੁਹਾਨੂੰ ਕੀ ਐਕਸਪੀਰੀਐਂਸਿਸ ਹੋ ਰਹੇ ਆ ਉਹਨੂੰ ਸ਼ੇਅਰ ਕਿਸੇ ਨਾਲ ਕਰਨ ਦੀ ਲੋੜ ਨਹੀਂ। ਉਹ ਤੁਹਾਡੇ ਵਾਸਤੇ ਨੇ, ਤੁਹਾਡੇ ਪਰਸਨਲ ਨੇ, ਤੁਹਾਡੇ ਨਿੱਜੀ ਨੇ। ਉਹਨੇ ਅੰਦਰੋਂ ਹੀ ਤੁਹਾਨੂੰ ਚੇਂਜ ਕਰਨਾ ਹੈ, ਬਾਹਰ ਕਿਸੇ ਨਾਲ ਸ਼ੇਅਰ ਕਰਨ ਦਾ ਕੋਈ ਫਾਇਦਾ ਵੀ ਨਹੀਂ ਹੋਣਾ। ਸੋ ਇਸ ਕਰਕੇ ਉਹਨੂੰ ਅੰਦਰ ਵਾਪਰਨ ਦਿਓ ਆਪਣੇ। ਅਤੇ ਟਾਈਮ ਦੀ ਕੋਈ ਅਸੀਂ ਡਿਸਿਪਲਿਨ ਰੱਖਣ ਦੀ ਲੋੜ ਨਹੀਂ ਹੈ। ਜਿਹੜਾ ਪੋਸਚਰ ਹੈ, ਪੋਸਚਰ 'ਚ ਕੁਛ ਡਿਸਿਪਲਿਨ ਰੱਖਣ ਦੀ ਲੋੜ ਹੈ, ਕਿਉਂਕਿ ਜਿਹੜਾ ਪਹਿਲੀ ਸਟੇਜ ਹੈ ਉਹ ਲਾਇੰਗ ਡਾਊਨ 'ਚ ਬਹੁਤ ਵਧੀਆ ਰਹਿੰਦੀ ਹੈ, ਅਤੇ ਦੂਸਰੀਆਂ ਸਟੇਜਸ ਜਿਹੜੀਆਂ ਨੇ ਉਹ ਅਪਰਾਈਟ ਪੋਜੀਸ਼ਨ 'ਚ ਵਧੀਆ ਰਹਿੰਦੀਆਂ ਨੇ। ਲੇਕਿਨ ਫਿਰ ਵੀ ਉਹਦੇ 'ਚ ਵੀ ਜੇ ਤੁਸੀਂ ਡਿਸਿਪਲਿਨ ਨਹੀਂ ਰੱਖੋਗੇ ਤਾਂ ਮੇਰੇ ਖਿਆਲ 'ਚ ਉਹਦੇ 'ਚ ਵੀ ਕੋਈ ਏਡੀ ਪ੍ਰੋਬਲਮ ਨਹੀਂ ਆਏਗੀ। ਤੁਸੀਂ ਲੇਟ ਕੇ ਵੀ ਕਰੋਗੇ ਤਾਂ ਲੇਟ ਕੇ ਵੀ ਹੋ ਜਾਣਗੀਆਂ ਉਹ। ਸੋ ਇਸ ਕਰਕੇ ਬਹੁਤ ਜ਼ਿਆਦਾ ਕੋਈ ਡਿਸਿਪਲਿਨੇਰੀਅਨ ਬਣਨ ਦੀ ਲੋੜ ਨਹੀਂ ਹੈ ਵੀ ਮੈਂ ਐਂ ਹੀ ਕਰਨਾ। ਤਾਂ ਉਹਦੇ 'ਚ ਕੋਈ ਵਾਰੀ ਬੰਦਾ ਉਹਦੇ ਡਿਸਿਪਲਿਨ 'ਚ ਹੀ ਫਸ ਜਾਂਦਾ। ਉਹ ਨਹੀਂ ਫਸਣ ਦੀ ਲੋੜ। ਇਹਨੂੰ ਬੱਚੇ ਵਾਂਗੂ ਜਸਟ ਜਿਵੇਂ ਮਾਂ ਦੀ ਗੋਦ 'ਚ ਬੱਚਾ ਜਾਂਦਾ ਅਤੇ ਉਹ ਜੋ ਮਰਜ਼ੀ ਕਰੀ ਜਾਂਦਾ, ਜੋ ਮਰਜ਼ੀ ਜਿੱਥੇ ਮਰਜ਼ੀ ਮਾਂ ਨੂੰ ਟੱਚ ਕਰੀ ਜਾਂਦਾ, ਜਿੱਥੇ ਜੋ ਮਰਜ਼ੀ ਮਾਂ ਨਾਲ ਚੋਚਲੇ ਕਰੀ ਜਾਂਦਾ, ਕਦੇ ਵਾਲ ਪੱਟ ਲੈਂਦਾ ਕਦੀ। ਤਾਂ ਇੱਦਾਂ ਦਾ ਸਿਸਟਮ ਹੈ ਕਿ ਤੁਸੀਂ ਜਿਵੇਂ ਖੇਲ ਤਮਾਸ਼ਾ ਕਰਨਾ ਹੁੰਦਾ, ਆਪਣੇ ਸਾਹਾਂ ਨਾਲ ਖੇਲਣਾ। ਤੁਸੀਂ ਆਪਣੇ ਸਾਹਾਂ ਤੋਂ ਅੱਗੇ ਸਬਕੌਂਸ਼ੀਅਸ ਮਾਈਂਡ ਉਹ ਵੀ ਤੁਹਾਡਾ ਹੀ ਹੈ। ਅੱਗੇ ਜੇ ਬ੍ਰਹਿਮੰਡ ਦੀ ਸ਼ਕਤੀ ਹੈ ਤਾਂ ਉਹ ਵੀ ਤੁਹਾਡੀ ਹੋਈ ਹੈ। ਤਾਂ ਇਸ ਕਰਕੇ ਕੋਈ ਮਤਲਬ ਡਰ 'ਚੋਂ ਜਾਂ ਡਿਸਿਪਲਿਨ 'ਚੋਂ ਨਹੀਂ ਜਾਣਾ, ਪਿਆਰ 'ਚੋਂ ਜਾਣਾ। ਤੁਸੀਂ ਆਪਣਾ ਹੀ ਹੈ, ਜੋ ਕੁਛ ਵੀ ਹੈ ਤੁਹਾਡਾ ਆਪਣਾ ਹੈ। ਆਹ ਵੀ ਸਰੀਰ ਵੀ ਤੁਹਾਡਾ ਆਪਣਾ, ਅੰਦਰ ਜਾਓਗੇ ਤਾਂ ਵੀ ਆਪਣਾ ਹੀ ਹੈ। ਸਭ ਆਪਣਾ ਤੁਹਾਡੇ ਵਾਸਤੇ ਹੈ, ਤੁਹਾਨੂੰ ਸਰਵ ਕਰਨਾ ਉਹਨੇ, ਤੁਹਾਨੂੰ ਠੀਕ ਕਰਨਾ। ਸੋ ਇਸ ਕਰਕੇ ਕੋਈ ਉਹਦੇ 'ਚ ਕੋਈ ਹੈ ਹੀ ਨਹੀਂ ਜਿਹੜਾ ਕੋਈ ਹੋਸਟਾਈਲ ਹੈ, ਜਿਹੜਾ ਤੁਹਾਨੂੰ ਕੋਈ ਨੁਕਸਾਨ ਪਹੁੰਚਾ ਸਕਦਾ, ਜਿਹੜਾ ਤੁਹਾਡੇ ਕੋਈ ਖਿਲਾਫ ਹੈ।
ਕੋਈ ਵੀ ਤੁਹਾਡੇ ਖਿਲਾਫ ਨਹੀਂ ਹੈ, ਸਭ ਤੁਹਾਡੇ ਹੱਕ 'ਚ ਹੀ ਹੋਣਾ। ਸੋ ਇਸ ਕਰਕੇ ਬਹੁਤ ਡਿਸਪਲਿਨਰੀ ਹੋਣ ਦੀ ਲੋੜ ਨਹੀਂ ਹੈ, ਜਿੱਦਾਂ ਤੁਹਾਡਾ ਮਨ ਮੰਨਦਾ, ਜਿੱਦਾਂ ਤੁਹਾਡੀ ਰੂਹ ਮੰਨਦੀ ਕਰ ਲਓ। ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਇੱਕ ਅਜਿਹੀ ਦੁਨੀਆ 'ਚ ਲੈ ਗਏ ਜਿਹੜੀ ਦੁਨੀਆ ਦੇ ਬਾਰੇ ਨਾ ਕਦੇ ਸੁਣਿਆ ਸੀ ਨਾ ਕਦੇ ਵੇਖਿਆ ਸੀ। ਅਤੇ ਮੈਨੂੰ ਲੱਗਦਾ ਹੈ ਤੁਸੀਂ ਜਦੋਂ ਮੈਨੂੰ ਇਹ ਗੱਲ ਦੱਸ ਰਹੇ ਸੀ, ਸੁਣਾ ਰਹੇ ਸੀ, ਅਤੇ ਮੈਂ ਵੀ ਆਪਣੇ ਸਾਹ ਨੂੰ ਰੋਕ ਕੇ ਮੈਂ ਉਸ ਪ੍ਰਕਿਰਿਆ 'ਚੋਂ ਲੰਘ ਰਿਹਾ ਸੀ। ਤੁਸੀਂ ਗੱਲ ਕਰ ਰਹੇ ਸੀ, ਮੈਂ ਸਾਹ ਰੋਕ ਕੇ ਦੇਖ ਰਿਹਾ ਸੀ ਵੀ ਰੋਕਿਆ ਵੀ ਜਾਂਦਾ ਜਾਂ ਨਹੀਂ, ਵੀ ਇੱਕ ਅਜੀਬ ਦਾ ਆਨੰਦ ਆ ਰਿਹਾ ਸੀ ਮੈਨੂੰ। ਅਤੇ ਮੈਨੂੰ ਲੱਗਦਾ ਕਿ ਜਿੰਨੀ ਦੇਰ ਤੁਸੀਂ ਮੇਰੇ ਨਾਲ ਗੱਲ ਕਰਦੇ ਰਹੇ, ਮੈਂ ਸਾਹ ਰੋਕ ਕੇ ਦੇਖੇ, ਅਤੇ ਮੈਨੂੰ ਲੱਗਦਾ ਵੀ ਅਭਿਆਸ ਹੋ ਜਾਂਦਾ ਬੜੀ ਜਲਦੀ, ਅਤੇ ਮੈਨੂੰ ਵੀ ਹੋਇਆ ਉਹ ਅਹਿਸਾਸ। ਅਤੇ ਬਹੁਤ ਬਹੁਤ ਤੁਹਾਡਾ ਧੰਨਵਾਦ। ਅਤੇ ਜਿਹੜਾ ਉਮੀਦ ਕਰਦੇ ਹਾਂ ਕਿ ਤੁਹਾਡੀ ਜਿਹੜੀ ਇਹ ਦੱਸੇ ਹੋਏ ਜੋ ਵੀ ਤੁਸੀਂ ਦੱਸੀ ਟੈਕਨੀਕ ਹੈ ਉਸ ਨੂੰ ਫੋਲੋ ਕਰਕੇ ਬਹੁਤ ਸਾਰੇ ਲੋਕ ਲਾਹਾ ਲੈਣਗੇ। ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਸੋ ਇਹ ਸਨ ਡਾਕਟਰ ਅਮਰ ਸਿੰਘ ਆਜ਼ਾਦ। ਇੱਕ ਅਜਿਹੀ ਤਕਨੀਕ, ਇੱਕ ਅਜਿਹਾ ਜਿਹੜਾ ਢੰਗ ਜਿਹਦੇ ਨਾਲ ਤੁਸੀਂ ਆਪਣੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਲੈ ਸਕਦੇ ਹੋ। ਮਾਨਸਿਕ ਪਰੇਸ਼ਾਨੀਆਂ, ਸਮਾਜਿਕ ਰਿਸ਼ਤੇ, ਵਿਗੜਦੇ ਰਿਸ਼ਤਿਆਂ ਨੂੰ ਠੀਕ ਕਰ ਸਕਦੇ ਹੋ, ਪਰਿਵਾਰਕ ਵਿਗੜਦੇ ਰਿਸ਼ਤਿਆਂ ਨੂੰ ਠੀਕ ਕਰ ਸਕਦੇ ਹੋ, ਕਿਸੇ ਪ੍ਰਤੀ ਦੁਰਭਾਵਨਾ ਜਿਹੜੀ ਆ ਆਈ ਹੋਈ ਆ ਉਸ ਨੂੰ ਤੁਸੀਂ ਠੀਕ ਕਰ ਸਕਦੇ ਹੋ। ਮਾਨਸਿਕ ਸ਼ਾਂਤੀ ਦਾ ਇਸ ਤੋਂ ਵੱਡਾ ਪ੍ਰਤੀਕ ਜਿਹੜਾ, ਇਸ ਟੈਕਨੀਕ ਤੋਂ ਵੱਡਾ ਪ੍ਰਤੀਕ ਜਿਹੜਾ ਕੋਈ ਨਹੀਂ ਹੋ ਸਕਦਾ। ਅਤੇ ਜਦੋਂ ਮਾਨਸਿਕ ਸ਼ਾਂਤੀ ਆਉਂਦੀ ਹੈ ਤਾਂ ਉਦੋਂ ਸਾਰਾ ਕੁਛ ਜਿਹੜਾ ਉਹ ਸਹੀ ਆ ਜਾਂਦਾ ਹੈ। ਤਾਂ ਹੀ ਕਿਹਾ ਜਾਂਦਾ ਕਿ ਮਨ ਜੀਤੇ ਜਗ ਜੀਤ। ਮਨ ਨੂੰ ਜਿੱਤ ਲਿਆ ਤਾਂ ਸਾਰਾ ਜਗ ਜਿੱਤ ਲੈਂਦਾ ਬੰਦਾ। ਅਤੇ ਇਹ ਉਹ ਤਕਨੀਕ ਹੈ ਜਿਹਦੇ ਨਾਲ ਸਾਡੇ ਅੰਦਰ ਦੀਆਂ ਸਾਰੀਆਂ ਸਮੱਸਿਆਵਾਂ, ਕਿਉਂਕਿ ਉਮਰ ਵਧਾਉਣ ਵਾਲੀ ਟੈਕਨੀਕ ਹੈ, ਉਮਰ ਤਾਂ ਹੀ ਵਧੇਗੀ ਜੇਕਰ ਅਸੀਂ ਤੰਦਰੁਸਤ ਹੋਵਾਂਗੇ, ਅਤੇ ਤੰਦਰੁਸਤ ਤਾਂ ਹੋਵਾਂਗੇ ਜਦ ਆਪਾਂ ਇਸ ਤਕਨੀਕ ਨੂੰ ਪੂਰੀ ਤਰ੍ਹਾਂ ਫੋਲੋ ਕਰਦੇ ਹਾਂ। ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ, ਅਤੇ ਜੇ ਪਸੰਦ ਆਈ ਹੈ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਇਹੋ ਜਿਹੀਆਂ ਟੈਕਨੀਕਾਂ, ਇਹੋ ਜਿਹੇ ਜਿਹੜੇ ਢੰਗ ਤਰੀਕੇ ਜਿਹੜੇ ਨੇ ਉਹ ਤੁਹਾਨੂੰ ਜ਼ਿਆਦਾਤਰ ਦੇਖਣ ਨੂੰ ਨਹੀਂ ਮਿਲਣਗੇ। ਬਹੁਤ ਘੱਟ, ਮੈਨੂੰ ਤਾਂ ਨਹੀਂ ਲੱਗਦਾ ਕਿ ਮੈਂ ਅੱਜ ਤੱਕ ਕਿਸੇ ਕੋਲੋਂ ਇਹ ਟੈਕਨੀਕ ਸੁਣੀ ਹੋਵੇਗੀ ਜਾਂ ਇਸ ਤਰ੍ਹਾਂ ਦਾ ਢੰਗ ਤਰੀਕਾ ਸੁਣਿਆ ਹੋਵੇਗਾ ਜਿਹਦੇ ਨਾਲ ਅਸੀਂ ਆਪਣੀ ਸਮੱਸਿਆ ਆਪ ਹੱਲ ਕਰ ਸਕਦੇ ਹਾਂ। ਬਹੁਤ ਘੱਟ ਸੁਣਨ ਨੂੰ ਮਿਲਣਗਾ। ਅਤੇ ਜੇਕਰ ਇਹ ਟੈਕਨੀਕ ਨੂੰ ਅਪਣਾ ਕੇ ਤੁਸੀਂ ਆਪਣੀਆਂ ਸਮੱਸਿਆਵਾਂ ਦਾ ਹੱਲ ਆਪ ਕਰ ਲੈਂਦੇ ਹੋ ਜਾਂ ਆਪਣੇ ਆਲੇ ਦੁਆਲੇ ਨੂੰ ਸੁੰਦਰ ਬਣਾ ਲੈਂਦੇ ਹੋ, ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰਿਹਾ। ਸਾਡੇ ਚੈਨਲ ਨੂੰ, ਸਾਡੇ ਫੇਸਬੁੱਕ ਪੇਜ ਨਿਊਜ਼ ਏਸ਼ੀਆ ਪੰਜਾਬੀ ਨੂੰ ਲਾਈਕ, ਸਬਸਕ੍ਰਾਈਬ ਅਤੇ ਫੋਲੋ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।